ਇਹ ਦੁਨੀਆ ਜਿਉਂਦੇ ਅਤੇ ਮਰੇ ਹੋਏ ਜੀਵਾਂ ਤੋਂ ਮਿਲ ਕੇ ਬਣੀ ਹੋਈ ਹੈ। ਪਰ ਆਪਾਂ ਇਹਨਾਂ ਨੂੰ ਅਲੱਗ ਕਿੱਦਾਂ ਕਰਾਂਗੇ? ਇਹਨਾਂ ਨੂੰ ਅਲੱਗ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਹੀ ਕੀਤਾ ਜਾ ਸਕਦਾ ਹੈ। ਭਾਵੇਂ ਉਹ ਵਿਸ਼ੇਸ਼ਤਾਵਾਂ ਡਿਫਾਈਨ ਕੀਤੀਆਂ ਜਾ ਸਕਦੀਆਂ ਹੋਣ, ਭਾਵੇਂ ਪਰਿਭਾਸ਼ਿਤ ਨਾ ਕੀਤੀਆਂ ਜਾ ਸਕਦੀਆਂ ਹੋਣ। ਇਹਨਾਂ ਵਿੱਚੋਂ ਇੱਕ ਵਿਸ਼ੇਸ਼ਤਾ ਹੈ ਵਾਧਾ। ਚਾਹੇ ਇੱਕ ਸੈਲੇ ਜੀਵ ਹੋਣ ਜਾਂ ਵੱਧ ਸੈਲੇ ਜੀਵ ਹੋਣ, ਇਹ ਬਣਦੇ ਹਨ ਤਾਂ ਸੈੱਲ ਡਿਵੀਜ਼ਨ ਕਰਕੇ ਹੀ ਬਣਦੇ ਹਨ। ਪਰ ਫਿਰ ਵੀ ਸੈੱਲ ਡਿਵੀਜ਼ਨ ਇਹਨਾਂ ਵਿੱਚ ਅਲੱਗ-ਅਲੱਗ ਕੰਮ ਕਰਦੀ ਹੈ। ਮਲਟੀ ਸੈਲਰ ਸੈੱਲ ਡਿਵੀਜ਼ਨ ਦੇ ਵਿੱਚ ਭਾਰ ਵਿੱਚ ਲਗਾਤਾਰ ਵਾਧਾ ਹੁੰਦਾ ਹੈ, ਪਰ ਇੱਕ ਸੈਲੇ ਜੀਵ ਵਿੱਚ ਜਿਵੇਂ ਕਿ ਅਮੀਬਾ 1 ਤੋਂ 2 ਸੈੱਲ ਡਿਵੀਜ਼ਨ ਤੋਂ ਹੀ ਤਿਆਰ ਹੋ ਜਾਂਦੇ ਹਨ। ਕਿੰਨੀ ਦਿਲਚਸਪ ਗੱਲ ਹੈ ਕਿ ਪੌਦੇ ਸਾਰੀ ਜ਼ਿੰਦਗੀ ਸੈੱਲ ਡਿਵੀਜ਼ਨ ਰਾਹੀਂ ਵੱਧਦੇ ਹੀ ਰਹਿੰਦੇ ਹਨ, ਜਦ ਕਿ ਮਨੁੱਖ ਕਿਸੇ ਖਾਸ ਉਮਰ ਤੱਕ ਹੀ ਵੱਧਦੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਦਾ ਵਾਧਾ ਕਿਤੇ ਨਾ ਕਿਤੇ ਰੁਕ ਜਾਂਦਾ ਹੈ। ਸੈੱਲ ਡਿਵੀਜ਼ਨ ਪ੍ਰੋਪਰ ਵਾਧੇ ਤੋਂ ਬਾਅਦ ਰੁਕ ਜਾਂਦੀ ਹੈ ਅਤੇ ਫਿਰ ਉੱਥੇ ਹੀ ਕਿਰਿਆ ਕਰਦੀ ਹੈ ਜਿੱਥੇ ਜ਼ਰੂਰਤ ਹੁੰਦੀ ਹੈ। ਪਰ ਫਿਰ ਵੀ ਜਿਹੜੀ ਵੀ ਕੋਈ ਚੀਜ਼ ਵਾਧਾ ਕਰਦੀ ਹੈ ਉਸ ਨੂੰ ਅਸੀਂ ਜਿਉਂਦੀ ਨਹੀਂ ਕਹਿ ਸਕਦੇ। ਪੱਥਰ ਦੀ ਇੱਕ ਉਦਾਹਰਨ ਲਓ, ਜਿਸ ਉੱਪਰ ਲਗਾਤਾਰ ਮਿੱਟੀ ਜੰਮ ਰਹੀ ਹੋਵੇ ਤਾਂ ਉਹ ਵਾਧਾ ਕਰਦਾ ਹੈ, ਪਰ ਉਸ ਵਿੱਚ ਜਾਨ ਨਹੀਂ ਹੁੰਦੀ। ਅਤੇ ਇਹ ਵਾਧਾ ਵੀ ਬਾਹਰੀ ਹੁੰਦਾ ਹੈ, ਅੰਦਰੂਨੀ ਨਹੀਂ। ਜਿਉਂਦੇ ਦੀ ਜੀਵਾਂ ਦੇ ਕੇਸ ਵਿੱਚ ਜੋ ਵਾਧਾ ਹੁੰਦਾ ਹੈ ਉਹ ਇੰਟਰਨਲ ਹੁੰਦਾ ਹੈ ਅਤੇ ਅੰਦਰੂਨੀ ਹੁੰਦਾ ਹੈ। ਇਸ ਕਰਕੇ ਅੰਦਰੂਨੀ ਵਾਧਾ ਇੱਕ ਬਹੁਤ ਵਧੀਆ ਵਿਸ਼ੇਸ਼ਤਾ ਹੋ ਸਕਦੀ ਹੈ ਜਿਉਂਦੇ ਜੀਵਾਂ ਲਈ, ਪਰ ਇਹ ਪੂਰੀ ਤਰ੍ਹਾਂ ਤਰੀਕੇ ਨਾਲ ਪਰਿਭਾਸ਼ਿਤ ਨਹੀਂ ਕੀਤੀ ਜਾ ਸਕਦੀ। ਪ੍ਰਜਨਨ ਜਿਉਂਦੇ ਜੀਵਾਂ ਦਾ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਹੈ। ਇੱਕ ਸੈਲੇ ਜੀਵਾਂ ਵਿੱਚ ਪ੍ਰਜਨਨ ਅਤੇ ਵਾਧਾ ਲਗਭਗ ਇੱਕੋ ਤਰੀਕੇ ਦੇ ਹੀ ਮੰਨੇ ਜਾਂਦੇ ਹਨ। ਦੋਨਾਂ ਵਿੱਚ ਹੀ ਗਿਣਤੀ ਵਿੱਚ ਵਾਧਾ ਹੁੰਦਾ ਹੈ, ਪਰ ਵੱਧ ਸੈੱਲਾਂ ਵਾਲੇ ਪ੍ਰਾਣੀਆਂ ਵਿੱਚ ਇਹ ਚੀਜ਼ ਸਹੀ ਨਹੀਂ ਹੈ। ਜਿੱਥੇ ਪ੍ਰਜਨਨ ਤੋਂ ਬਾਅਦ ਇੱਕ ਨਵੀਂ ਪਨੀਰੀ ਦਾ ਵਿਕਾਸ ਹੁੰਦਾ ਹੈ, ਇੱਦਾਂ ਦੇ ਪ੍ਰਾਣੀ ਸੈਕਸ਼ੁਅਲੀ ਅਤੇ ਏਸੈਕਸ਼ੁਅਲੀ ਦੋਹਾਂ ਤਰੀਕੇ ਨਾਲ ਪ੍ਰਜਨਨ ਕਰਦੇ ਹਨ। ਸੈਕਸ਼ੁਅਲ ਰੀਪਰੋਡਕਸ਼ਨ ਜ਼ਿਆਦਾਤਰ ਬੜੇ ਜੀਵਾਂ ਵਿੱਚ ਦੇਖਣ ਨੂੰ ਮਿਲਦੀ ਹੈ, ਜਿਵੇਂ ਕਿ ਮਨੁੱਖ ਅਤੇ ਜਾਨਵਰ। ਸੈਕਸ਼ੁਅਲ ਰੀਪਰੋਡਕਸ਼ਨ ਜਿਹੜੀ ਹੈ ਜ਼ਿਆਦਾਤਰ ਛੋਟੇ ਜਾਨਵਰਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਬਡਿੰਗ ਜਾਂ ਵਿਖੰਡਨ ਦੇ ਰੂਪ ਵਿੱਚ ਹੀ ਦਿਖਾਈ ਦਿੰਦੀ ਹੈ ਛੋਟੇ ਜਾਨਵਰਾਂ ਵਿੱਚ। ਪਰ ਕਈ ਜੀਵ ਜਿਵੇਂ ਕਿ ਸ਼ਹਿਦ ਦੀ ਮੱਖੀ ਕਿਸੇ ਤਰੀਕੇ ਨਾਲ ਰੀਪਰੋਡਿਊਸ ਜਾਂ ਪ੍ਰਜਨਨ ਨਹੀਂ ਕਰ ਪਾਉਂਦੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਵਿੱਚ ਜਾਨ ਨਹੀਂ ਹੈ। ਇਸ ਤਰੀਕੇ ਨਾਲ ਪ੍ਰਜਨਨ ਵੀ ਕੋਈ ਵਧੀਆ ਪਰਿਭਾਸ਼ਿਤ ਕਰਨ ਵਾਲਾ ਵਿਸ਼ੇਸ਼ਤਾ ਜੀਵਾਂ ਦੇ ਲਈ ਨਹੀਂ ਹੈ। ਸਰੀਰਕ ਕਿਰਿਆ ਜਾਂ ਮੈਟਾਬੋਲਿਜ਼ਮ ਵੀ ਇੱਕ ਵਿਸ਼ੇਸ਼ਤਾ ਹੈ ਜਿਉਂਦੇ ਜੀਵਾਂ ਦੀ। ਸਾਨੂੰ ਪਤਾ ਹੈ ਜਿਉਂਦੇ ਜੀਵ ਕੈਮੀਕਲ ਤੋਂ ਮਿਲ ਕੇ ਬਣੇ ਹਨ। ਇਹ ਕੈਮੀਕਲ ਲਗਾਤਾਰ ਮਨੁੱਖ ਅੰਦਰ ਬਣਦੇ ਹਨ ਅਤੇ ਉਹ ਬਾਇਓਮੋਲੀਕਿਊਲ ਦੇ ਵਿੱਚ ਬਦਲਦੇ ਰਹਿੰਦੇ ਹਨ। ਇਹਨਾਂ ਕਿਰਿਆਵਾਂ ਨੂੰ ਹੀ ਮੈਟਾਬੋਲਿਕ ਕਿਰਿਆਵਾਂ ਕਹਿੰਦੇ ਹਨ। ਸਾਰੀਆਂ ਕਿਰਿਆਵਾਂ ਨੂੰ ਇਕੱਠਾ ਮੈਟਾਬੋਲਿਜ਼ਮ ਕਹਿ ਦਿੱਤਾ ਜਾਂਦਾ ਹੈ। ਇਹ ਕਹਿਣਾ ਹੈਰਾਨ ਕਰ ਦੇਣ ਵਾਲਾ ਹੈ ਕਿ ਇਹਨਾਂ ਸਾਰੀਆਂ ਰਿਐਕਸ਼ਨਾਂ ਨੂੰ ਲੈਬੋਰਟਰੀ ਦੇ ਅੰਦਰ ਵੀ ਕੀਤਾ ਜਾ ਸਕਦਾ ਹੈ, ਪਰ ਇਹ ਬਾਹਰ ਲੈਬੋਰਟਰੀ ਵਿੱਚ ਹੋਣ ਵਾਲੀਆਂ ਕਿਰਿਆਵਾਂ ਕੋਈ ਲਿਵਿੰਗ ਜਿਉਂਦੇ ਜੀਵਾਂ ਨੂੰ ਪ੍ਰਭਾਸ਼ਿਤ ਨਹੀਂ ਕਰਦੀਆਂ। ਜਿਉਂਦੇ ਜੀਵਾਂ ਵਿੱਚ ਹੋਣ ਵਾਲੀਆਂ ਰਿਐਕਸ਼ਨਾਂ ਨੂੰ ਸਮਝਾਉਂਦੀਆਂ ਜ਼ਰੂਰ ਹਨ। ਇਸ ਕਰਕੇ ਮੈਟਾਬੋਲਿਜ਼ਮ ਇੱਕ ਡਿਫਾਈਨ ਕਰਨ ਵਾਲੀ, ਪਰਿਭਾਸ਼ਿਤ ਕਰਨ ਵਾਲੀ ਹੀ ਵਿਸ਼ੇਸ਼ਤਾ ਹੈ। ਸੈੱਲਾਂ ਦਾ ਜੁੜਨਾ ਵੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਉਂਦੇ ਜੀਵਾਂ ਦੀ। ਇੱਦਾਂ ਸੈੱਲਾਂ ਦਾ ਜੁੜ ਨੋਨ ਲਿਵਿੰਗ ਚੀਜ਼ਾਂ ਵਿੱਚ ਦੇਖਣ ਨੂੰ ਨਹੀਂ ਮਿਲਦਾ। ਇਸੇ ਕਰਕੇ ਜਿਉਂਦੇ ਜੀਵਾਂ ਲਈ ਸੈਲੂਲਰ ਆਰਗਨਾਈਜੇਸ਼ਨ ਵੀ ਇੱਕ ਅਲੱਗ ਫੀਚਰ ਹੈ ਜਿਹੜੀ ਕਿ ਪਰਿਭਾਸ਼ਿਤ ਕਰ ਸਕਦੀ ਹੈ। ਸਵੈ ਚੇਤਨਾ ਵੀ ਜਿਉਂਦੇ ਜੀਵਾਂ ਦੀ ਇੱਕ ਵਿਸ਼ੇਸ਼ਤਾ ਵਿੱਚੋਂ ਲਈ ਜਾਂਦੀ ਹੈ।
ਅਸੀਂ ਜਾਣਦੇ ਹਾਂ ਕਿ ਸਾਰੇ ਜਿਉਂਦੇ ਜੀਵ ਆਲੇ ਦੁਆਲੇ ਨੂੰ ਬਹੁਤ ਚੰਗੇ ਤਰੀਕੇ ਨਾਲ ਸੁੰਘ ਸਮਝ ਅਤੇ ਰਿਐਕਟ ਕਰ ਸਕਦੇ ਹਨ। ਲਾਈਟ, ਪਾਣੀ ਅਤੇ ਤਾਪਮਾਨ ਨੂੰ ਵੀ ਸਹਿਣ ਕਰ ਸਕਦੇ ਹਨ। ਜਿਸ ਤਰੀਕੇ ਨਾਲ ਸੂਰਜਮੁਖੀ ਦਾ ਫੁੱਲ ਸੂਰਜ ਵੱਲ ਹਮੇਸ਼ਾ ਦਿਖਦਾ ਰਹਿੰਦਾ ਹੈ, ਉਸੇ ਤਰੀਕੇ ਨਾਲ ਜਿਉਂਦੇ ਜੀਵ ਵੀ ਜੀਂਦੇ ਹਨ ਅਤੇ ਵਾਤਾਵਰਨ ਨੂੰ ਰਿਐਕਟ ਕਰਦੇ ਹਨ। ਇਸੇ ਲਈ ਆਲੇ ਦੁਆਲੇ ਦੇ ਨਾਲ ਏਕਾ ਵਧਾਉਂਦੇ ਹਨ। ਉਦਾਹਰਨ ਦੇ ਤੌਰ 'ਤੇ ਠੰਡ ਵਿੱਚ ਉਹ ਉੱਨੀ ਕੱਪੜੇ ਪਾਉਂਦੇ ਹਨ। ਜਿਨ੍ਹਾਂ ਜੀਵਾਂ ਵਿੱਚ ਜਾਨ ਨਹੀਂ ਹੁੰਦੀ, ਉਹ ਬਾਹਰਲੀ ਪ੍ਰਭਾਵਾਂ ਨੂੰ ਕੋਈ ਵੀ ਰਿਐਕਸ਼ਨ ਨਹੀਂ ਦਿੰਦੇ। ਇਸ ਲਈ ਸਵੈ ਚੇਤਨਾ ਇੱਕ ਪਰਿਭਾਸ਼ਿਤ ਕਰਨ ਵਾਲਾ ਵਿਸ਼ੇਸ਼ਤਾ ਕਹੀ ਜਾ ਸਕਦੀ ਹੈ। ਇਸ ਲਈ ਸਹੀ ਆਧਾਰ 'ਤੇ ਮੈਟਾਬੋਲਿਜ਼ਮ, ਸੈੱਲ ਦੀ ਆਰਗਨਾਈਜੇਸ਼ਨ ਅਤੇ ਸਵੈ ਚੇਤਨਾ ਮੀਨਸ ਕੌਨਸ਼ੀਅਸਨੈਸ ਲਿਵਿੰਗ ਜੀਵਾਂ ਦੇ ਸਭ ਤੋਂ ਵਧੀਆ ਵਿਸ਼ੇਸ਼ਤਾਵਾਂ ਹਨ। ਸੋ ਧਰਤੀ ਅਲੱਗ ਅਲੱਗ ਜੀਵਾਂ ਤੋਂ ਮਿਲ ਕੇ ਬਣੀ ਹੈ, ਜਿਵੇਂ ਕਿ ਜਿਸ ਵਿੱਚ ਉੱਲੀ, ਪਲਾਂਟ, ਛੋਟੇ ਛੋਟੇ ਆਰਗੈਨਿਜ਼ਮ ਅਤੇ ਐਨੀਮਲ ਜਿਹੜੇ ਨੇ ਉਹ ਸ਼ਾਮਲ ਹੁੰਦੇ ਹਨ। ਅਤੇ ਇਹ ਰੇਂਜ ਵੱਧਦੀ ਜਾਂਦੀ ਹੈ ਜਿਵੇਂ ਜਿਵੇਂ ਅਸੀਂ ਆਪਣਾ ਏਰੀਆ ਦੇਖਣ ਦਾ ਵਧਾਉਂਦੇ ਹਾਂ। ਹਰੇਕ ਅਲੱਗ ਦਿਖਣ ਵਾਲਾ ਪਲਾਂਟ ਜਾਂ ਐਨੀਮਲ ਇੱਕ ਨਵੀਂ ਸਪੀਸੀਜ਼ ਨੂੰ ਦਿਖਾਉਂਦਾ ਹੈ। ਇਸ ਤਰੀਕੇ ਨਾਲ ਸਪੀਸੀਜ਼ ਇੱਕੋ ਤਰ੍ਹਾਂ ਦੇ ਦਿਖਣ ਵਾਲੇ ਕਈ ਜੀਵਾਂ ਦਾ ਸੁਮੇਲ ਹੁੰਦੀ ਹੈ, ਜਿਹੜੇ ਇੱਕੋ ਤਰ੍ਹਾਂ ਦੇ ਲੱਗਦੇ ਹਨ ਅਤੇ ਆਪਸ ਵਿੱਚ ਪ੍ਰਜਨਨ ਵੀ ਕਰ ਸਕਦੇ ਹਨ, ਜਿਨ੍ਹਾਂ ਦਾ ਬੱਚਾ ਵੀ ਅੱਗੇ ਪ੍ਰਜਨਨ ਕਰ ਸਕਦਾ ਹੈ। 1.7 ਤੋਂ 1.8 ਮਿਲੀਅਨ ਸਪੀਸੀਜ਼ ਅੱਜ ਤੱਕ ਫਾਈਂਡ ਆਊਟ ਕੀਤੀਆਂ ਜਾ ਚੁੱਕੀਆਂ ਹਨ। ਜੇ ਅਸੀਂ ਓਲਡ ਏਰੀਏ ਛੱਡ ਕੇ ਨਵੇਂ ਏਰੀਏ ਲੱਭੀਏ ਤਾਂ ਇਹ ਹੋਰ ਵੀ ਵੱਧਦੀਆਂ ਜਾਂਦੀਆਂ ਨੇ। ਨੰਬਰ ਅਤੇ ਕਿਸਮਾਂ ਧਰਤੀ ਉੱਤੇ ਜੀਵਕ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਇਹ ਕਹਿਣਾ ਕਾਮਨ ਹੈ ਕਿ ਅਲੱਗ-ਅਲੱਗ ਜਗ੍ਹਾ 'ਤੇ ਕਿਸੇ ਚੀਜ਼ ਦਾ ਨਾਮ ਅਲੱਗ-ਅਲੱਗ ਹੋ ਸਕਦਾ ਹੈ। ਜੈਸੇ ਇੰਡੀਆ ਵਿੱਚ ਤੁਲਸੀ ਬੋਲੀ ਜਾਂਦੀ ਹੈ ਅਤੇ US ਦੇ ਵਿੱਚ ਹੌਲੀ ਬਾਜ਼ਲ ਬੋਲਿਆ ਜਾਂਦਾ ਉਸੇ ਚੀਜ਼ ਨੂੰ ਹੀ। ਅਤੇ ਇਸ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਸਾਰੇ ਲਿਵਿੰਗ ਆਰਗੈਨਿਜ਼ਮਸ ਨੂੰ ਸਟੈਂਡਰਡ ਨਾਮ ਦਿੱਤੇ ਜਾਣੇ ਚਾਹੀਦੇ ਹਨ। ਇਹਦਾ ਮੀਨਸ ਸਾਰੀ ਦੁਨੀਆ ਇੱਕੋ ਨਾਮ ਨਾਲ ਇਹਨਾਂ ਨੂੰ ਜਾਣੇ। ਸਟੈਂਡਰਡ ਨੇਮ ਦਾ ਮਤਲਬ ਸਾਰੀ ਦੁਨੀਆ ਵਿੱਚ ਇੱਕ ਚੀਜ਼ ਦਾ ਇੱਕੋ ਨਾਮ ਹੋਵੇ, ਇੱਕੋ ਨਾਂ ਨਾਲ ਜਾਣੀ ਜਾਵੇ। ਇਸ ਪ੍ਰੋਸੈਸ ਨੂੰ ਨੋਮਨਕਲੇਚਰ ਜਾਂ ਨਾਮਕਰਨ ਕਿਹਾ ਜਾਂਦਾ ਹੈ। ਪਰ ਇਹ ਸਭ ਕੁਛ ਕਰਨ ਤੋਂ ਪਹਿਲਾਂ ਸਾਨੂੰ ਉਸ ਜਿਹਦਾ ਨਾਮ ਦੇਣਾ ਹੈ ਉਸ ਸਪੀਸੀਜ਼ ਬਾਰੇ ਸਾਰਾ ਕੁਛ ਪਤਾ ਹੋਣਾ ਚਾਹੀਦਾ ਹੈ। ਕਿੱਦਾਂ ਦਿਖਦੀ ਹੈ, ਕਿਸ ਨਾਲ ਪੱਤੇ ਮਿਲਦੇ ਹਨ, ਕਿਸ ਤਰੀਕੇ ਦਾ ਤਣਾ ਹੈ, ਇਸ ਨੂੰ ਅਸੀਂ ਆਈਡੈਂਟੀਫਿਕੇਸ਼ਨ ਜਾਂ ਪਤਾ ਲਗਾਉਣਾ ਕਹਿ ਦਿੰਦੇ ਹਾਂ। ਅਤੇ ਇਸੇ ਨਾਮਕਰਨ ਦੀ ਕਿਰਿਆ ਨੂੰ ਹੋਰ ਵੀ ਸੌਖਾ ਕਰਨ ਦੇ ਲਈ ਸਾਇੰਟਿਸਟ ਦੁਆਰਾ ਹਰੇਕ ਸਪੀਸੀਜ਼ ਦੇ ਨਾਮਕਰਨ ਦੇ ਰੂਲ ਬਣਾਏ ਹਨ। ਸੋ ਪੌਦਿਆਂ ਦੇ ਨਾਮ ICBN ਦੁਆਰਾ ਦਿੱਤੇ ਜਾਂਦੇ ਹਨ, ਇੰਟਰਨੈਸ਼ਨਲ ਕੋਡ ਆਫ ਬੋਟੈਨੀਕਲ ਨੋਮਨਕਲੇਚਰ। ਅਤੇ ਜਾਨਵਰਾਂ ਦੇ ਨਾਮ ICZN ਦੁਆਰਾ ਦਿੱਤੇ ਜਾਂਦੇ ਹਨ, ਇੰਟਰਨੈਸ਼ਨਲ ਕੋਡ ਫਾਰ ਜ਼ੂਲੋਜੀਕਲ ਨੋਮਨਕਲੇਚਰ। ਸਾਰੇ ਦੁਨੀਆ ਦੇ ਸਾਇੰਟਿਸਟ ਅਤੇ ਬਾਇਓਲੋਜਿਸਟ ਦੁਆਰਾ ਇਕੱਠੇ ਹੋ ਕੇ ਇਹ ਨੇਮਕਰਨ ਕੀਤਾ ਗਿਆ, ਜਿਹਨੂੰ ਨੋਮਨਕਲੇਚਰ ਕਿਹਾ ਜਾਂਦਾ ਹੈ। ਅਤੇ ਇਹ ਸਾਰੀ ਇਕੱਠੀ ਪ੍ਰੋਸੈਸ ਨੂੰ ਟੈਕਸੋਨੋਮੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੇਕਰ ਦੁਨੀਆ ਵਿੱਚ ਹਰੇਕ ਸਪੀਸੀਜ਼ ਦਾ ਸਿਰਫ ਇੱਕ ਨੇਮ ਹੋਵੇ ਤਾਂ ਕਨਫਿਊਜ਼ਨ ਅਤੇ ਸਾਇੰਟੀਫਿਕ ਸਟੱਡੀ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ। ਇਸ ਤਰ੍ਹਾਂ ਨਾਲ ਨਾਮਕਰਨ ਕਰਨ ਦੇ ਲਈ ਵੀ ਸਾਰੇ ਸਾਇੰਟਿਸਟ ਦੁਆਰਾ ਇਕੱਠੇ ਹੋ ਕੇ ਰੂਲ ਬਣਾਏ ਗਏ। ਜਿਸ ਤਰ੍ਹਾਂ ਨਾਲ ਪਿੱਪਲ ਦੇ ਦਰਖਤ ਨੂੰ ਸੇਕਰਡ ਫਿਗ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਪਰ ਟੈਕਸੋਨੋਮੀ ਤੋਂ ਬਾਅਦ ਇਸ ਨੂੰ ਫਿਕਸ ਰਿਲੀਜੀਓਸਾ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵਿਗਿਆਨੀਆਂ ਦੁਆਰਾ ਦਿੱਤੇ ਗਏ ਨਾਮ ਵਿੱਚ ਦੋ ਸ਼ਬਦ ਆਉਂਦੇ ਹਨ, ਲੋਕਲ ਏਰੀਆ ਵਿੱਚ ਦਿੱਤਾ ਗਿਆ ਨਾਮ ਅਤੇ ਦੂਜਾ ਹੈ ਸਾਇੰਸ ਦੁਆਰਾ ਦਿੱਤਾ ਗਿਆ ਨਾਮ। ਫਾਈਕਸ ਜੀਨਸ ਨੂੰ ਦੱਸਦਾ ਹੈ ਅਤੇ ਰਿਲੀਜੀਓਸਾ ਸਪੀਸੀਜ਼ ਬਾਰੇ ਦੱਸਦਾ ਹੈ। ਇਸ ਤਰ੍ਹਾਂ ਦੇ ਨਾਲ ਦੋ ਸ਼ਬਦਾਂ ਵਿੱਚ ਨਾਮ ਦਿੱਤੇ ਜਾਣ ਨੂੰ ਅਸੀਂ ਬਾਇਨੋਮੀਅਲ ਨਾਮਕਰਨ ਜਾਂ ਬਾਇਨੋਮੀਅਲ ਨੋਮਨਕਲੇਚਰ ਕਹਿੰਦੇ ਹਾਂ। ਅਤੇ ਇਹ ਕਾਰਲਸ ਲੀਨਸ ਸਾਇੰਟਿਸਟ ਦੁਆਰਾ ਦਿੱਤਾ ਗਿਆ ਸੀ।
ਅਤੇ ਇਹਨਾਂ ਨੂੰ ਮਾਡਰਨ ਟੈਕਸਾਨੋਮੀ ਦਾ ਪਿਤਾ ਵੀ ਕਿਹਾ ਜਾਂਦਾ ਹੈ। ਪਹਿਲਾਂ ਜੋ ਸਾਇੰਟਿਸਟ ਨੇ ਇਸ ਦਾ ਨਾਮ ਪਤਾ ਕੀਤਾ ਸੀ ਉਸ ਦਾ ਨਾਮ ਵੀ ਇਹਨਾਂ 'ਤੇ ਲਿਖਿਆ ਗਿਆ ਸੀ, ਲਿਨ। ਇਸ ਸਾਰੇ ਨਾਮ ਵਿੱਚ ਲੀਨਸ ਦੇ ਨਾਮ ਤੋਂ ਆਉਂਦਾ ਹੈ, ਜੋ ਕਿ ਇੱਕ ਸਾਇੰਟਿਸਟ ਸੀ। ਕਾਰਲਸ ਲੀਨਸ ਨੇ ਆਪਣਾ ਨਾਮ ਲਿਨ ਦੇ ਤੌਰ 'ਤੇ ਇਸ ਨਾਮ ਵਿੱਚ ਲਗਾਇਆ ਸੀ। ਜ਼ਿਆਦਾਤਰ ਜਿੰਨੇ ਵੀ ਸਾਇੰਟੀਫਿਕ ਨਾਮ ਪਲਾਂਟਸ ਨੂੰ ਦਿੱਤੇ ਜਾਂਦੇ ਹਨ ਉਹ ਸਾਰੇ ਲੈਟਿਨ ਲੈਂਗੁਏਜ ਜਾਂ ਲੈਟਿਨ ਭਾਸ਼ਾ ਦੇ ਵਿੱਚ ਹੀ ਦਿੱਤੇ ਗਏ ਜਾਂਦੇ ਹਨ, ਚਾਹੇ ਜਿਉਂਦੇ ਜੀਵ ਦਾ ਫਿਰ ਓਰੀਜਨ ਜਾਂ ਸਟਾਰਟਿੰਗ ਕਿਤੋਂ ਵੀ ਹੋਵੇ। ਇਸ ਲਈ ਸਾਇੰਟੀਫਿਕਲੀ ਜਦੋਂ ਵੀ ਇਹਨਾਂ ਦੇ ਨਾਮ ਨੂੰ ਲਿਖਿਆ ਜਾਂਦਾ ਹੈ ਤਾਂ ਦੋਹਾਂ ਨੂੰ ਅਲੱਗ-ਅਲੱਗ ਅੰਡਰਲਾਈਨ ਕੀਤਾ ਜਾਂਦਾ ਹੈ, ਕਿਉਂਕਿ ਦੋਹਾਂ ਦਾ ਹੀ ਅਲੱਗ ਮੀਨਿੰਗ ਬਣਦਾ ਹੈ। ਕਿਉਂਕਿ ਜਦੋਂ ਇਸ ਦਾ ਪ੍ਰਿੰਟ ਕੱਢਿਆ ਜਾਂਦਾ ਹੈ ਤਾਂ ਇਹ ਇਟੈਲਿਕ ਵਿੱਚ ਆ ਜਾਂਦੀ ਹੈ, ਜਿਸ ਤੋਂ ਇਸ ਦਾ ਲੈਟਿਨ ਦਾ ਹੋਣ ਦਾ ਪਤਾ ਲੱਗਦਾ ਹੈ। ਦੋ ਸ਼ਬਦਾਂ ਵਾਲੇ ਨਾਮ ਵਿੱਚ ਪਹਿਲਾ ਅੱਖਰ ਹਮੇਸ਼ਾ ਬੜਾ ਹੁੰਦਾ ਹੈ ਅਤੇ ਦੂਸਰਾ ਅੱਖਰ ਹਮੇਸ਼ਾ ਛੋਟਾ ਪਾਇਆ ਜਾਂਦਾ ਹੈ। ਨਾਮ ਦੇਣ ਦੇ ਨਾਲ ਨਾਲ ਉਹਨਾਂ ਨੂੰ ਔਰਗਨਾਈਜ਼ ਕਰਨਾ ਵੀ ਚੰਗਾ ਰਹਿੰਦਾ ਹੈ ਤਾਂ ਕਿ ਉਹਨਾਂ ਦੀ ਪੜ੍ਹਾਈ ਸੌਖੇ ਤਰੀਕੇ ਨਾਲ ਕੀਤੀ ਜਾ ਸਕੇ। ਇੱਕੋ ਤਰ੍ਹਾਂ ਦੇ ਲੱਗਦੇ ਜੀਵਾਂ ਨੂੰ ਗਰੁੱਪ ਕਰਕੇ ਇਕੱਠੇ ਕਰ ਲੈਣਾ, ਜਿਨ੍ਹਾਂ ਵਿੱਚ ਉਹਨਾਂ ਦੇ ਕਰੈਕਟਰਿਸਟਿਕਸ ਸੇਮ ਬਣਦੇ ਹੋਣ, ਨੂੰ ਕਲਾਸੀਫਿਕੇਸ਼ਨ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਪਲਾਂਟਸ, ਐਨੀਮਲਸ, ਰੋਜ਼ਸ, ਫਲਾਵਰਸ, ਡੌਗਸ ਗਰੁੱਪ ਹਨ ਜਿਹੜੇ ਕਿ ਅਸੀਂ ਸੌਖੇ ਤਰੀਕੇ ਨਾਲ ਪੜ੍ਹੇ ਜਾ ਸਕਦੇ ਹਨ। ਹਰੇਕ ਗਰੁੱਪ ਦੀ ਆਪਣੀ ਕਰੈਕਟਰਿਸਟਿਕਸ ਹਨ ਅਤੇ ਇੱਕ ਦੂਜੇ ਨਾਲੋਂ ਉਹ ਭਿੰਨ ਹਨ, ਦੇਖਣ ਤੋਂ ਵੀ, ਕੰਮਾਂ ਤੋਂ ਵੀ। ਸਾਇੰਟੀਫਿਕ ਟਰਮ ਸਾਰੇ ਹੀ ਟਰੀਜ਼ ਦੇ ਲਈ ਟੈਕਸਾ ਹੁੰਦੀ ਹੈ। ਫੋਰ ਉਦਾਹਰਨ ਦੇ ਤੌਰ 'ਤੇ ਚਾਹੇ ਮੈਂਗੋ ਟਰੀ ਹੋਵੇ, ਐਪਲ ਟਰੀ ਹੋਵੇ, ਨੀਮ ਹੋਵੇ, ਸਾਰਿਆਂ ਦੇ ਲਈ ਬਿੱਲੀਆਂ ਅਤੇ ਕੁੱਤੇ ਸਾਰੇ ਹੀ ਟੈਕਸਾ ਦੇ ਨਾਲ ਲਿਖੇ ਜਾਂਦੇ ਹਨ। ਕੈਟ ਇੱਕ ਥਣਧਾਰੀ ਪਸ਼ੂ ਹੈ ਅਤੇ ਸਾਰੇ ਥਣਧਾਰੀ ਪਸ਼ੂ ਜਾਨਵਰਾਂ ਵਿੱਚ ਆ ਜਾਂਦੇ ਹਨ, ਐਨੀਮਲਸ ਵਿੱਚ ਆ ਜਾਂਦੇ ਹਨ। ਇਸ ਲਈ ਕੈਟ, ਮੈਮਲ ਅਤੇ ਐਨੀਮਲ ਸਾਰੇ ਹੀ ਟੈਕਸਾ ਅਲੱਗ-ਅਲੱਗ ਲੈਵਲ 'ਤੇ ਰਿਪਰਜੈਂਟ ਕਰਦੇ ਹਨ ਅਤੇ ਇਸੇ ਰਿਪਰਜੈਂਟੇਸ਼ਨ ਨੂੰ ਕਿ ਅਲੱਗ-ਅਲੱਗ ਲੈਵਲ 'ਤੇ ਇੱਕੋ ਚੀਜ਼ ਜਿਹੜੀਆਂ ਰਿਲੇਟਡ ਹੋਣ ਉਹਨਾਂ ਦੇ ਨਾਮ ਨੂੰ ਟੈਕਸਾਨੋਮੀ ਕਹਿ ਦਿੰਦੇ ਹਾਂ। ਮਨੁੱਖ ਹਰੇਕ ਵਾਰ ਜਿਗਿਆਸੂ ਰਿਹਾ ਹੈ ਅਤੇ ਆਲੇ ਦੁਆਲੇ ਆਪਣੇ ਬਾਰੇ ਜਾਣਨ ਦੇ ਲਈ ਕੋਈ ਨਾ ਕੋਈ ਖੋਜਾਂ ਕਰਦਾ ਰਿਹਾ ਹੈ। ਇਸ ਕਰਕੇ ਇਸ ਬ੍ਰਾਂਚ ਜਿਹਨੂੰ ਆਪਾਂ ਟੈਕਸਾਨੋਮੀ ਕਹਿੰਦੇ ਹਾਂ, ਇਹਨੂੰ ਦੂਜੇ ਨਾਮ ਨਾਲ ਸਿਸਟੇਮੈਟਿਕਸ ਦੇ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਦਾ ਮਤਲਬ ਹੈ ਸਾਰੇ ਜੀਵਾਂ ਦੀ ਸਿਸਟੇਮੈਟਿਕ ਆਰਡਰ ਵਿੱਚ ਸਟੱਡੀ। ਸੋ ਅੱਜ ਦੀ ਡੇਟ ਵਿੱਚ ਸਿਸਟੇਮੈਟਿਕ ਮਤਲਬ ਕਿ ਟੈਕਸਾਨੋਮੀ ਆਇਡੈਂਟੀਫਿਕੇਸ਼ਨ ਮੀਨ ਜਾਣਨਾ, ਕਲਾਸੀਫਿਕੇਸ਼ਨ ਵਰਗੀਕਰਨ ਕਰਨਾ, ਨੋਮਨਕਲੇਚਰ ਨਾਮ ਦੇਣਾ ਅਤੇ ਐਵੋਲਿਊਸ਼ਨਰੀ ਰਿਲੇਸ਼ਨਸ਼ਿਪ ਨਾਲ ਵੀ ਲਿਖ ਹੁੰਦੀ ਹੈ। ਮਤਲਬ ਕਿ ਐਨਕੈਸਟਰਸ ਕੀ ਬੋਲਦੇ ਸਨ। ਜਿਵੇਂ ਕਿ ਇਨਸੈਕਟ, ਪਲਾਂਟ ਅਤੇ ਐਨੀਮਲ ਦੀਆਂ ਕੁਝ ਉਦਾਹਰਨਾਂ ਦਿੱਤੀਆਂ ਗਈਆਂ ਹਨ। ਉਹਨਾਂ ਦੀ ਈਜ਼ੀ ਸਟੱਡੀ ਲਈ ਸੇਮ ਲੱਗਦੇ ਕਰੈਕਟਰਿਸਟਿਕਸ ਨੂੰ, ਵਿਸ਼ੇਸ਼ਤਾਵਾਂ ਵਾਲੇ ਐਨੀਮਲ ਨੂੰ ਇਕੱਠਾ ਰੱਖਿਆ ਗਿਆ ਹੈ। ਇਸ ਲਈ ਨਵੀਆਂ ਸਪੀਸੀਜ਼ ਵੀ ਰੋਜ਼ ਡਿਸਕਵਰ ਹੁੰਦੀਆਂ ਹਨ ਤਾਂ ਉਹਨਾਂ ਸਾਰਿਆਂ ਨੂੰ ਨਾਮ ਦੇਣ ਲਈ ਇੱਕ ਸਪੈਸ਼ਲ ਸਾਇੰਸ ਚਾਹੀਦੀ ਸੀ। ਇਹਨਾਂ ਸਾਰਿਆਂ ਨੂੰ ਸੌਖੇ ਤਰੀਕੇ ਨਾਲ ਜਾਣਨ ਲਈ ਅਤੇ ਨਾਮ ਲੈਣ ਲਈ ਇਹਨਾਂ ਨੂੰ 7 ਲੈਵਲਾਂ ਦੇ ਵਿੱਚ, ਰੈਂਕਸ ਦੇ ਵਿੱਚ ਰੱਖ ਦਿੱਤਾ ਗਿਆ। ਹਰੇਕ ਕੈਟੇਗਰੀ ਕਲਾਸੀਫਿਕੇਸ਼ਨ ਦੀ ਇੱਕ ਅਲੱਗ ਯੂਨਿਟ ਦੇ ਨਾਮ ਨਾਲ ਜਾਣੀ ਗਈ ਅਤੇ ਇਸ ਇਕੱਲੀ ਕੈਟੇਗਰੀ ਨੂੰ ਟੈਕਸੋਨ ਦੇ ਨਾਂ ਨਾਲ ਜਾਣਿਆ ਗਿਆ ਅਤੇ ਇਹਨਾਂ ਸਾਰੀਆਂ ਕੈਟੇਗਰੀਜ਼ ਨੂੰ ਟੈਕਸੋਨੋਮੀਕਲ ਕੈਟੇਗਰੀ ਬੋਲਿਆ ਗਿਆ। ਅਸੀਂ ਲੈਵਲ ਨੂੰ ਵੀ ਨਾਲ ਲੈ ਲਈਏ ਤਾਂ ਇਹਨਾਂ 7 ਕੈਟੇਗਰੀਜ਼ ਨੂੰ ਟੈਕਸੋਨੋਮੀਕਲ ਹਾਇਰਾਰਕੀ ਵੀ ਕਿਹਾ ਜਾਂਦਾ ਸੀ। ਕਿਸੇ ਐਨੀਮਲ ਨੂੰ ਨਾਮ ਦੇਣਾ ਇੰਨਾ ਸੌਖਾ ਨਹੀਂ ਹੁੰਦਾ, ਇਸ ਲਈ ਉਹਨਾਂ ਦੇ ਬਾਰੇ ਚੰਗੀ ਤਰ੍ਹਾਂ ਗਿਆਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਤਰ੍ਹਾਂ ਉਹਨਾਂ ਦਾ ਵਰਗੀਕਰਨ ਵੀ ਸੌਖਾ ਨਹੀਂ ਹੁੰਦਾ, ਤਾਂ ਕਿ ਉਹਨਾਂ ਵਿੱਚ ਮਿਲਦੀਆਂ ਅਤੇ ਨਾ ਮਿਲਦੀਆਂ ਗੱਲਾਂ ਨੂੰ ਵੱਖ-ਵੱਖ ਕਰਨਾ ਅਤੇ ਪਤਾ ਲਗਾਉਣਾ ਕਿ ਕੀ ਮਿਲਦਾ ਹੈ ਅਤੇ ਕੀ ਨਹੀਂ। ਇਹਨਾਂ ਕੈਟੇਗਰੀ ਦੇ ਵਿੱਚੋਂ ਕਿੰਗਡਮ, ਫਾਈਲਮ ਜਿਹਨੂੰ ਅਸੀਂ ਡਿਵੀਜ਼ਨ ਵੀ ਬੋਲ ਦਿੰਦੇ ਹਾਂ, ਕਲਾਸ, ਆਰਡਰ, ਫੈਮਿਲੀ ਅਤੇ ਜੀਨਸ 7 ਕੈਟੇਗਰੀਆਂ ਜਿਹੜੀਆਂ ਬਣਾਈਆਂ ਗਈਆਂ। ਇਹਨਾਂ ਕੈਟੇਗਰੀ ਵਿੱਚੋਂ ਸਭ ਤੋਂ ਛੋਟਾ ਅਤੇ ਬੇਸਿਕ ਰੈਂਕ ਜਿਹੜਾ ਆਉਂਦਾ ਹੈ ਉਹ ਸਪੀਸੀਜ਼ ਨੂੰ ਦਿੱਤਾ ਗਿਆ ਹੈ। ਇਹ ਉਹਨਾਂ ਐਨੀਮਲਸ ਜਾਂ ਪਲਾਂਟਸ ਦਾ ਗਰੁੱਪ ਹੁੰਦਾ ਹੈ ਜਿਨ੍ਹਾਂ ਵਿੱਚ ਆਪਸ ਦੇ ਵਿੱਚ ਕੋਈ ਫੰਡਾਮੈਂਟਲ, ਕੋਈ ਬੁਨਿਆਦੀ ਸਿਮੀਲੈਰਿਟੀ ਦਿਖਦੀ ਹੋਵੇ, ਜਿਹੜੇ ਆਪਸ 'ਚ ਰੀਪਰੋਡਿਊਸ ਕਰ ਸਕਦੇ ਹੋਣ
ਇੱਕ ਸਪੀਸੀਜ਼ ਨੂੰ ਦੂਸਰੇ ਤੋਂ ਅਲੱਗ ਕਰ ਸਕਦੇ ਹੋ ਸਿਰਫ ਉਹਨਾਂ ਦੇ ਰਹਿਣ ਅਤੇ ਉਹਨਾਂ ਦੇ ਸ਼ਕਲ ਅਤੇ ਸਟਰਕਚਰ ਦੇ ਆਧਾਰ 'ਤੇ। ਸੋਚੋ ਕਿੰਨੇ ਤਰੀਕੇ ਦੇ ਅੰਬ ਮਾਰਕੀਟ ਦੇ ਵਿੱਚ ਆਉਂਦੇ ਹਨ, ਕਿੰਨੇ ਅਲੱਗ-ਅਲੱਗ ਤਰ੍ਹਾਂ ਦੇ ਰੋਜ਼ ਗਾਰਡਨ ਦੇ ਵਿੱਚ ਹੁੰਦੇ ਹਨ। ਅਗਲਾ ਰੈਂਕ ਜੀਨਸ ਹੈ। ਇਹ ਗਰੁੱਪ ਹੈ ਰਿਲੇਟਡ ਸਪੀਸੀਜ਼ ਦਾ ਜਿਹੜੀਆਂ ਕਿ ਸੇਮ ਕਰੈਕਟਰਿਸਟਿਕ ਦੀਆਂ ਹੋਣ। ਇਸ ਤਰ੍ਹਾਂ ਸ਼ੇਰ ਅਤੇ ਲਿਓਪਾਰਡ ਸਾਰੇ ਹੀ ਪੈਂਥਰ ਦਾ ਹੀ ਇੱਕ ਅੰਗ ਹਨ। ਇਸੇ ਤਰ੍ਹਾਂ ਬਰਗਦ ਦੇ ਦਰਖਤ ਅਤੇ ਪਿੱਪਲ ਦੇ ਦਰਖਤ ਵਿੱਚ ਕੁਛ ਨਾ ਕੁਛ ਸਿਮਿਲੈਰਿਟੀਜ਼ ਹਨ। ਇਸੇ ਕਰਕੇ ਉਹਨਾਂ ਨੂੰ ਜੀਨਸ ਫਾਈਕਸ ਦੇ ਵਿੱਚ ਰੱਖਿਆ ਗਿਆ ਹੈ। ਜਾਨਵਰਾਂ ਦੇ ਵਿੱਚ ਸ਼ੇਰ, ਚੀਤਾ, ਜੈਗੁਅਰ ਇੱਕੋ ਹੀ ਤਰ੍ਹਾਂ ਦੇ ਹੁੰਦੇ ਹਨ, ਇਸ ਕਰਕੇ ਉਹ ਇੱਕੋ ਜੀਨਸ ਪੈਂਥਰ ਦੇ ਨਾਲ ਸੰਬੰਧਿਤ ਹਨ। ਜੀਨਸ ਪੈਂਥਰ ਫੀਲਿਸ ਨਾਮ ਦੇ ਜੀਨਸ ਨਾਲੋਂ ਥੋੜ੍ਹਾ ਜਿਹਾ ਅਲੱਗ ਹੈ, ਜਿਹੜਾ ਕਿ ਬਿੱਲੀਆਂ ਨਾਲ ਸੰਬੰਧਿਤ ਹੈ। ਅਗਲਾ ਰੈਂਕ ਜੋ ਹੈ ਉਹ ਫੈਮਿਲੀ ਹੈ, ਜਿਹੜੇ ਕਿ ਗਰੁੱਪ ਆਫ ਰਿਲੇਟਡ ਜੀਨਸ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੀਆਂ ਆਪਸ ਵਿੱਚ ਕੁਛ ਨਾ ਕੁਛ ਵਿਸ਼ੇਸ਼ਤਾਵਾਂ ਮਿਲਦੀਆਂ ਹੋਣ। ਇਸੇ ਤਰੀਕੇ ਨਾਲ ਅੰਬ, ਨਿੰਬੂ ਅਤੇ ਗ੍ਰੇਪ ਫਰੂਟ ਰੋਟੇਸੀ ਨਾਮ ਦੀ ਫੈਮਿਲੀ ਦੇ ਨਾਲ ਸੰਬੰਧਿਤ ਹਨ, ਜਿਹੜੀ ਕਿ ਸਿਟਰਸ ਫੈਮਿਲੀ ਕਹੀ ਜਾਂਦੀ ਹੈ। ਇਸੇ ਤਰੀਕੇ ਨਾਲ ਲਾਇਨ, ਟਾਈਗਰ, ਲੀਪਰਡ ਅਤੇ ਕੈਟ ਵੀ ਇੱਕੋ ਤਰੀਕੇ ਦੇ ਲੱਗਦੇ ਹਨ, ਪਰ ਕੁੱਤਾ ਅਤੇ ਬਿੱਲੀ ਵਿੱਚ ਥੋੜ੍ਹਾ ਜਿਹਾ ਅੰਤਰ ਹੁੰਦਾ ਹੈ। ਉਹਨਾਂ ਵਿੱਚ ਕੁਛ ਕੁ ਸਿਮਿਲੈਰਿਟੀਜ਼ ਵੀ ਹੁੰਦੀਆਂ ਨੇ, ਜਿਵੇਂ 4 ਲੱਤਾਂ 2 ਕੰਨ, ਪਰ ਡਿਫਰੈਂਸਿਸ ਜ਼ਿਆਦਾ ਹੁੰਦੇ ਹਨ। ਇਸ ਕਰਕੇ ਉਹਨਾਂ ਦੀਆਂ ਫੈਮਲੀਆਂ ਅਲੱਗ-ਅਲੱਗ ਹਨ, ਫੈਲੀਡੇ ਅਤੇ ਕੈਨੀਡੇ। ਆਰਡਰ ਉਸ ਤੋਂ ਅਗਲਾ ਰੈਂਕ ਹੈ, ਜਿਹੜਾ ਕਿ ਕਲੈਕਸ਼ਨ ਆਫ ਫੈਮਲੀਜ਼ ਜਿਹੜੀਆਂ ਕਿ ਆਪਸ ਰਿਲੇਟਡ ਹੋਣ ਨੂੰ ਕਿਹਾ ਜਾਂਦਾ ਹੈ। ਜਿਵੇਂ ਜਿਵੇਂ ਅਸੀਂ ਉੱਪਰ ਵੱਲ ਨੂੰ ਜਾਂਦੇ ਹਾਂ ਤਾਂ ਰੈਂਕ ਜਦੋਂ ਵੱਧਦੇ ਹਨ ਤਾਂ ਆਰਡਰ ਵਿੱਚ ਥੋੜ੍ਹੀਆਂ ਸਿਮਿਲੈਰਿਟੀਆਂ ਘੱਟ ਹੋ ਜਾਂਦੀਆਂ, ਜਿਵੇਂ ਕਿ ਫੈਮਿਲੀ ਵਿੱਚ ਜਿੰਨੀਆਂ ਸਿਮਿਲੈਰਿਟੀਜ਼ ਸਨ। ਜਿਵੇਂ ਕਿ ਆਰਡਰ ਲੈਬੀਡੋਪਟਰਾ ਬਟਰਫਲਾਈ ਅਤੇ ਮੋਥ ਨੂੰ ਦਰਸਾਉਂਦਾ ਹੈ, ਇਸ ਕਰਕੇ ਇਹਨਾਂ ਦੇ ਨਾਮ ਅਲੱਗ-ਅਲੱਗ ਹਨ। ਇਸੇ ਤਰੀਕੇ ਨਾਲ ਕੁੱਤੇ ਅਤੇ ਬਿੱਲੀ ਦੋਨਾਂ ਨੂੰ ਕੈਨੀਵੋਰਾ ਨਾਮ ਦੀ ਆਰਡਰ ਵਿੱਚ ਰੱਖਿਆ ਗਿਆ ਹੈ। ਇਸੇ ਤਰੀਕੇ ਨਾਲ ਕੌਨਵੋਲਵੇਸੀ ਅਤੇ ਸੋਲੇਨੇਸੀ ਦੋਨੋਂ ਫਲਾਵਰ ਦੀਆਂ ਇੱਕੋ ਤਰੀਕੇ ਦੀਆਂ ਫੈਮਲੀਜ਼ ਨੂੰ ਪੋਲੀਮੋਨੀਅਲਸ ਦੇ ਨਾਂ ਨਾਲ ਰੱਖਿਆ ਗਿਆ ਹੈ ਆਰਡਰ ਵਿੱਚ। ਅਗਲੀ ਕੈਟੇਗਰੀ ਜੋ ਹੈ ਉਹ ਕਲਾਸ ਹੈ, ਜਿਹਦੇ ਵਿੱਚ ਰਿਲੇਟਡ ਆਰਡਰ ਜਿਹੜੇ ਕਿ ਆਪਸ ਥੋੜ੍ਹੇ ਬਹੁਤ ਮੈਚ ਕਰਦੇ ਹੋਣ ਉਹਨਾਂ ਨੂੰ ਇਕੱਠੇ ਰੱਖਿਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਪ੍ਰਾਈਮਾਟਾ ਨਾਮ ਦਾ ਆਰਡਰ ਹੈ, ਉਹਦੇ ਵਿੱਚ ਮੌਂਕੀ, ਗਰੀਲਾ ਅਤੇ ਗਿਬਨ ਰੱਖੇ ਗਏ ਹਨ, ਜਿਹੜੇ ਕਿ ਆਪਸ ਵਿੱਚ ਦਿੱਖ ਪੱਖੋਂ ਅਤੇ ਤੁਰਨ ਪੱਖੋਂ ਇੱਕੋ ਜਿਹੇ ਹੁੰਦੇ ਹਨ। ਪਰ ਆਰਡਰ ਕਾਰਨੀਵੋਰਾ ਦੇ ਵਿੱਚ ਡੌਗ, ਕੈਟ ਅਤੇ ਸ਼ੇਰ ਇਕੱਠੇ ਰੱਖੇ ਗਏ ਹਨ। ਚਾਹੇ ਦੇਖਣ ਨੂੰ ਅਤੇ ਕੰਮਾਂ ਨੂੰ ਅਲੱਗ-ਅਲੱਗ ਹਨ, ਪਰ ਕਾਰਨੀਵੋਰਾ ਆਰਡਰ ਅਤੇ ਪ੍ਰਾਈਮਾਟਾ ਆਰਡਰ ਜਿਹੜਾ ਉਹਨੂੰ ਇਕੱਠੇ ਹੀ ਇੱਕੋ ਕਲਾਸ ਵਿੱਚ ਰੱਖਿਆ ਗਿਆ ਹੈ, ਮੈਮਲੀਆ, ਕਿਉਂਕਿ ਇਹ ਦੋਨੋਂ ਥਣਧਾਰੀ ਵਿੱਚ ਆ ਜਾਂਦੇ ਹਨ। ਫਾਈਲਮ ਜਾਂ ਡਿਵੀਜ਼ਨ ਇੱਕ ਅਲੱਗ ਕੈਟੇਗਰੀ ਬਣ ਜਾਂਦੀ ਹੈ। ਬਰਡਸ, ਰੈਪਟਾਈਲਸ, ਐਮਫੀਬੀਅਨਸ ਇਸ ਕੈਟੇਗਰੀ ਦੇ ਵਿੱਚ ਆ ਜਾਂਦੇ ਹਨ। ਇਹਨਾਂ ਸਾਰਿਆਂ ਦੇ ਵਿੱਚ ਇੱਕ ਸਿਮਿਲੈਰਿਟੀ ਹੈ, ਸਾਹ ਲੈਣਾ, ਨੋਟੋਕੋਡ ਹੋਣਾ, ਰੀੜ੍ਹ ਦੀ ਹੱਡੀ ਹੋਣਾ, ਅਤੇ ਇਸ ਕਰਕੇ ਇਹ ਫਾਈਲਮ ਕੋਰਡਾਟਾ ਦੇ ਨਾਲ ਸੰਬੰਧਿਤ ਕਹੇ ਜਾਂਦੇ ਹਨ। ਇਸੇ ਤਰੀਕੇ ਨਾਲ ਸਾਰੇ ਸੇਮ ਦਿਖਣ ਵਾਲੇ ਫਲਾਵਰਸ ਜਾਂ ਰੰਗ ਬਿਰੰਗੇ ਹੋਣ, ਉਹਨਾਂ ਨੂੰ ਐਂਜੀਓਸਪਰਮ ਦੇ ਨਾਮ ਦੀ ਫਾਈਲਮ ਵਿੱਚ ਰੱਖਿਆ ਗਿਆ ਹੈ। ਸਭ ਤੋਂ ਟੌਪ ਦੀ ਟੈਕਸੋਨੋਮਿਕਲ ਕੈਟੇਗਰੀ ਨੂੰ ਕਿੰਗਡਮ ਬੋਲਿਆ ਜਾਂਦਾ ਹੈ। ਸਾਰੇ ਐਨੀਮਲਸ ਨੂੰ ਇਕੱਠਾ ਕਿੰਗਡਮ ਐਨੀਮਲੀਆ ਵਿੱਚ ਰੱਖਿਆ ਗਿਆ ਹੈ। ਇਸੇ ਤਰੀਕੇ ਨਾਲ ਪਲਾਂਟ ਨੂੰ ਕਿੰਗਡਮ ਪਲਾਂਟੇ ਵਿੱਚ ਰੱਖਿਆ ਗਿਆ ਹੈ। ਇਸੇ ਤਰੀਕੇ ਨਾਲ ਜਦੋਂ ਅਸੀਂ ਥੱਲੇ ਸਪੀਸੀਜ਼ ਤੋਂ ਕਿੰਗਡਮ ਵੱਲ ਜਾਂਦੇ ਹਾਂ ਤਾਂ ਆਪਸ ਵਿੱਚ ਸਪੀਸੀਜ਼ ਦੇ ਜਿਹੜੇ ਕਾਮਨ ਕਰੈਕਟਰਿਸਟਿਕਸ ਨੇ ਉਹ ਘੱਟਦੇ ਜਾਂਦੇ ਨੇ, ਮੀਨਸ ਕਾਮਨੈਲਿਟੀ ਘੱਟਦੀ ਜਾਂਦੀ ਹੈ। ਇਸੇ ਤਰੀਕੇ ਨਾਲ ਸਾਇੰਟਿਸਟ ਦੁਆਰਾ ਇਹਨਾਂ ਨੂੰ ਅਲੱਗ-ਅਲੱਗ ਟੈਕਸੋਨੋਮਿਕਲ ਕੈਟੇਗਰੀ ਵਿੱਚ ਡਿਵਾਈਡ ਕਰ ਦਿੱਤਾ ਗਿਆ ਤਾਂ ਕਿ ਪੜ੍ਹਾਈ ਸੌਖੀ ਰਹੇ। ਸਾਡਾ ਪਲੈਨਟ ਤਰ੍ਹਾਂ ਤਰ੍ਹਾਂ ਦੇ ਲਿਵਿੰਗ ਆਰਗੈਨਿਜ਼ਮਸ ਦਾ ਸੁਮੇਲ ਹੈ ਅਤੇ ਇਹਨਾਂ ਦੀ ਇਸ ਪੜ੍ਹਾਈ ਨੂੰ ਸੌਖਾ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਨਾਮ ਕਿੰਗਡਮਸ ਦੇ ਵੀ ਦਿੱਤੇ ਗਏ ਹਨ। ਅਤੇ ਇਸ ਕਲਾਸੀਫਿਕੇਸ਼ਨ ਦੀ ਪ੍ਰੋਸੈਸ ਨੂੰ ਹੀ ਅਸੀਂ ਟੈਕਸੋਨੋਮੀ ਦੇ ਨਾਂ ਨਾਲ ਜਾਣ ਲੈਂਦੇ ਹਾਂ। ਟੈਕਸੋਨੋਮਿਕਲ ਸਟੱਡੀ ਬਹੁਤ ਕੇਅਰਫੁਲ ਸਾਇੰਟੀਫਿਕ ਚੈੱਕਅਪ ਰਿਕੁਆਇਰਡ ਕਰਦੀ ਹੈ, ਜਿਸ ਵਿੱਚ ਬਹੁਤ ਹੀ ਧਿਆਨ ਨਾਲ ਚੈੱਕ ਕੀਤਾ ਜਾਂਦਾ ਹੈ ਅਤੇ ਅਸਲੀ ਸੈਂਪਲ ਪਲਾਂਟ ਦੇ ਵੀ ਅਤੇ ਐਨੀਮਲ ਦੇ ਇਕੱਠੇ ਕੀਤੇ ਜਾਂਦੇ ਹਨ। ਇਹ ਸਟੱਡੀ ਐਗਰੀਕਲਚਰ, ਇੰਡਸਟਰੀ, ਬਾਇਓਡਾਇਵਰਸਿਟੀ ਹਰ ਜਗ੍ਹਾ 'ਤੇ ਸਾਡੀ ਸਹਾਇਤਾ ਕਰਦੀ ਹੈ ਅਤੇ ਫੋਰੈਸਟਰੀ ਵਿੱਚ ਵੀ ਇਹ ਸਾਡੀ ਸਹਾਇਤਾ ਕਰਦੀ ਹੈ।
ਤੇ ਇਸ ਸਟੱਡੀ ਹੋਰ ਵੀ ਸੌਖਾ ਕਰਨ ਦੇ ਲਈ ਸਾਇੰਟਿਸਟ ਦੁਆਰਾ ਟੈਕਸੋਨੋਮਿਕਲ ਏਡਸ ਨਾਮ ਦਾ ਮੀਨਸ ਉਹ ਟੈਕਸੋਨੋਮੀ ਮੀਨਸ ਨੇਮਿੰਗ ਦੇਣਾ ਕਿਸੇ ਵੀ ਸਪੀਸੀਜ਼ ਨੂੰ, ਉਹਨੂੰ ਸੌਖਾ ਕਰਨ ਦੇ ਲਈ ਉਹਦੀਆਂ ਏਡਸ ਬਣਾਈਆਂ ਗਈਆਂ ਹੈਲਪ ਕਰਨ ਦੇ ਲਈ, ਜਿਨ੍ਹਾਂ ਨੂੰ ਹਰਬੇਰੀਅਮ, ਬੋਟੈਨੀਕਲ ਗਾਰਡਨ, ਮਿਊਜ਼ੀਅਮ, ਜੂਲੋਜੀਕਲ ਪਾਰਕ, ਕੀ ਅਤੇ ਕਈ ਹੋਰ ਤਰੀਕੇ ਨਾਲ ਜਾਣਿਆ ਜਾਂਦਾ ਹੈ। ਚਲੋ ਇਹਨਾਂ ਏਡਸ ਬਾਰੇ ਥੋੜ੍ਹਾ ਹੋਰ ਪੜ੍ਹਦੇ ਹਾਂ। ਹਰਬੇਰੀਅਮ ਉਹ ਜਗ੍ਹਾ ਹੈ ਜਿਸ ਵਿੱਚ ਪਲਾਂਟਸ ਨੂੰ ਡਰਾਈ ਕਰਕੇ, ਪ੍ਰੈਸ ਕਰਕੇ, ਸੁੱਕਿਆ ਕਿਸੇ ਸ਼ੀਟ ਦੇ ਉੱਪਰ ਲਗਾ ਕੇ ਲੈਮੀਨੇਟ ਕੀਤਾ ਜਾਂਦਾ ਹੈ। ਲੇਬਲ ਵੀ ਕੀਤਾ ਜਾਂਦਾ ਹੈ ਅਤੇ ਅਲੱਗ-ਅਲੱਗ ਪਾਰਟ ਵੀ ਦੱਸੇ ਜਾਂਦੇ ਹਨ ਤਾਂ ਕਿ ਕੋਈ ਵੀ ਇਸ ਦਾ ਯੂਜ਼ ਕਰ ਸਕੇ ਅਤੇ ਸਾਇੰਟੀਫਿਕ ਨੇਮਸ ਨੂੰ ਯਾਦ ਕਰ ਸਕੇ। ਇਸ ਵਿੱਚ ਡੇਟ ਅਤੇ ਪਲੇਸ ਜਿਸ ਦਿਨ ਸੈਂਪਲ ਲਿਆ ਗਿਆ, ਉਹਦਾ ਬੋਟੈਨੀਕਲ ਨਾਮ ਕੀ ਆ, ਇੰਗਲਿਸ਼ ਨਾਮ ਕੀ ਆ, ਲੋਕਲ ਨਾਮ ਕੀ ਆ, ਕਿਹੜੀ ਫੈਮਿਲੀ ਨਾਲ ਰਿਲੇਟਡ ਆ ਅਤੇ ਕਿਸ ਬੰਦੇ ਨੇ ਇਸ ਨੂੰ ਕਲੈਕਟ ਕੀਤਾ ਸੀ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਇਹਨਾਂ ਨੂੰ ਟੈਕਸੋਨੋਮਿਕਲ ਸਟੱਡੀ ਦੇ ਵਿੱਚ ਰੈਫਰੈਂਸ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਤਾਂ ਕਿ ਨਾਮ ਦੇਣੇ ਹੋਰ ਵੀ ਸੌਖੇ ਹੋ ਜਾਣ। ਦੂਸਰੀ ਟੈਕਸੋਨੋਮਿਕਲ ਐਡ ਹੈ ਜੋ ਉਹ ਬੋਟੈਨੀਕਲ ਗਾਰਡਨ ਹੈ। ਬਹੁਤ ਵਾਈਡ ਵਰਾਇਟੀ ਦੇ ਵਿੱਚ ਪਲਾਂਟਸ ਨੂੰ ਇਹਨਾਂ ਵਿੱਚ ਇਕੱਠਿਆਂ ਰੱਖਿਆ ਜਾਂਦਾ ਹੈ ਅਤੇ ਉਹਨਾਂ ਉੱਪਰ ਲੇਬਲਿੰਗ ਕੀਤੀ ਜਾਂਦੀ ਹੈ, ਨਾਮ ਦੱਸੇ ਜਾਂਦੇ ਹਨ ਤਾਂ ਕਿ ਸਟੱਡੀ ਸੌਖੀ ਕੀਤੀ ਜਾ ਸਕੇ। ਹਰੇਕ ਪਲਾਂਟ ਨੂੰ ਉਹਦੇ ਬੋਟੈਨੀਕਲ ਅਤੇ ਸਾਇੰਟੀਫਿਕ ਨੇਮ ਦੇ ਨਾਲ ਅਤੇ ਉਹਦੀ ਫੈਮਿਲੀ ਦੇ ਨਾਂ ਨਾਲ ਉੱਪਰ ਬੋਰਡ ਲਗਾ ਕੇ ਲਿਖਿਆ ਜਾਂਦਾ ਹੈ। ਫੇਮਸ ਬੋਟੈਨੀਕਲ ਗਾਰਡਨ ਇੰਗਲੈਂਡ ਦੇ ਵਿੱਚ QKEW ਦੇ ਨਾਂ ਨਾਲ ਪ੍ਰਸਿੱਧ ਹੈ। ਇੰਡੀਅਨ ਬੋਟੈਨੀਕਲ ਗਾਰਡਨ ਹੌਰਾ, ਨੈਸ਼ਨਲ ਬੋਟੈਨਿਕ ਰਿਸਰਚ ਇੰਸਟੀਟਿਊਟ ਲਖਨਊ, ਬਾਇਓਲੋਜੀਕਲ ਮਿਊਜ਼ੀਅਮਸ, ਇਹਨਾਂ ਨੂੰ ਸੈਟਅਪ ਕੀਤਾ ਜਾਂਦਾ ਹੈ ਪੜ੍ਹਾਈ ਵਾਲੇ ਸੰਸਥਾਨਾਂ ਵਿੱਚ, ਨੂੰ ਵੀ ਟੈਕਸੋਨੋਮਿਕਲ ਏਡ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਮਰੇ ਹੋਏ ਪਲਾਂਟ ਅਤੇ ਐਨੀਮਲ ਨੂੰ ਪ੍ਰੀਜ਼ਰਵ ਕਰਕੇ ਰੱਖੇ ਸੈਂਪਲ ਹੁੰਦੇ ਹਨ ਜਿਹੜੇ ਕਿ ਸਟੱਡੀ ਜਾਂ ਰੈਫਰੈਂਸ ਦੇ ਲਈ ਵਰਤੇ ਜਾਂਦੇ ਹਨ। ਜਾਰ ਵਿੱਚ ਲਿਕੁਇਡ ਸੋਲਿਊਸ਼ਨ ਦੇ ਵਿੱਚ ਵੀ ਸੇਵ ਕਰਕੇ ਰੱਖੇ ਜਾਂਦੇ ਹਨ ਅਤੇ ਸੁੱਕੇ ਵੀ। ਕੀੜਿਆਂ ਨੂੰ ਫੜਿਆ ਜਾਂਦਾ ਹੈ, ਮਾਰਿਆ ਜਾਂਦਾ ਹੈ ਅਤੇ ਪਿੰਨ ਕਰਕੇ ਸਪੰਜ ਉੱਪਰ ਫਿੱਟ ਕਰ ਦਿੱਤਾ ਜਾਂਦਾ ਹੈ। ਬੜੇ ਐਨੀਮਲਸ ਦੀਆਂ ਚੰਮ ਉਤਾਰ ਕੇ ਅੰਦਰੋਂ ਸਟੱਫ ਕਰ ਦਿੱਤੇ ਜਾਂਦੇ ਹਨ ਅਤੇ ਪ੍ਰੀਜ਼ਰਵ ਕੀਤੇ ਜਾਂਦੇ ਹਨ ਅਤੇ ਡਿਸਪਲੇ ਵਿੱਚ ਲਗਾਏ ਜਾਂਦੇ ਹਨ। ਜ਼ੂਲੋਜੀਕਲ ਪਾਰਕ ਵੀ ਟੈਕਸੋਨੋਮਿਕਲ ਸਟੱਡੀ ਦੇ ਵਿੱਚ ਬਹੁਤ ਹੈਲਪ ਕਰਦੀ ਹੈ। ਇੱਕ ਇੱਦਾਂ ਦੀ ਜਗ੍ਹਾ ਹੈ ਜਿਸ ਵਿੱਚ ਜਿਉਂਦੇ ਜੀਵ ਰੱਖੇ ਜਾਂਦੇ ਹਨ ਅਤੇ ਅਸਲੀ ਜੰਗਲ ਦੀ ਤਰ੍ਹਾਂ ਪਾਲੇ ਜਾਂਦੇ ਹਨ ਅਤੇ ਮਨੁੱਖ ਦੁਆਰਾ ਇਹਨਾਂ ਉੱਪਰ ਧਿਆਨ ਰੱਖਿਆ ਜਾਂਦਾ ਹੈ, ਇਹਨਾਂ ਦੇ ਖਾਣ ਪੀਣ ਦਾ ਵੀ। ਉਹਨਾਂ ਦਾ ਬਿਹੇਵੀਅਰ ਇੱਥੇ ਸਟੱਡੀ ਕੀਤਾ ਜਾਂਦਾ ਹੈ। ਬਾਇਓਲੋਜੀਕਲ ਕੀ ਵੀ ਇੱਕ ਹੋਰ ਟੈਕਸੋਨੋਮਿਕਲ ਏਡ ਹੈ ਜਿਹੜੀ ਕਿ ਵਰਤੀ ਜਾਂਦੀ ਹੈ ਟੈਕਸੋਨੋਮੀ ਵਿੱਚ, ਦੋਨੋਂ ਪਲਾਂਟਸ ਅਤੇ ਐਨੀਮਲਸ ਦੀ ਸਟੱਡੀ ਲਈ। ਇਹ ਸੀਰੀਜ਼ ਹੁੰਦੀ ਹੈ, ਲਿਸਟ ਹੁੰਦੀ ਹੈ ਸਟੇਟਮੈਂਟ ਦੀ ਰੈਫਰੈਂਸ ਦੇ ਲਈ, ਜਿਹਦੇ ਤੋਂ ਅਸੀਂ ਦੇਖ ਕੇ ਕਿਸੇ ਵੀ ਸਪੀਸੀਜ਼ ਨੂੰ ਮੈਚ ਕਰਕੇ ਉਸਦਾ ਨਾਮ ਦੇ ਸਕਦੇ ਹਾਂ। ਇਸ ਵਿੱਚ ਚੈੱਕ ਲਿਸਟ ਹੁੰਦੀ ਹੈ ਕਿ ਐਨੀਮਲ ਦੀਆਂ ਲੈਗ ਕਿੰਨੀਆਂ ਨੇ, ਐਨੀਮਲ ਦਿਖਦਾ ਕਿੱਦਾਂ ਦਾ, ਕੀ ਐਨੀਮਲ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ ਆ। ਇਸ ਤਰੀਕੇ ਨਾਲ ਟਿਕ ਕ੍ਰਾਸ ਕਰਕੇ ਅਸੀਂ ਕਿਸੇ ਖਾਸ ਨਾਮ 'ਤੇ ਪਹੁੰਚ ਜਾਂਦੇ ਹਾਂ। ਕਰੈਕਟਰ ਅਸੈਪਟ ਕਰਦੇ ਹਾਂ, ਦੂਜੇ 'ਤੇ ਕ੍ਰਾਸ ਲਗਾ ਦਿੰਦੇ ਹਾਂ ਅਤੇ ਉਸਦਾ ਨਾਮ ਸੌਖਾ ਲਿਆ ਜਾ ਸਕਦਾ ਹੈ। ਹਰੇਕ ਟੈਕਸੋਨੋਮਿਕਲ ਕੈਟੇਗਰੀ ਦੇ ਲਈ ਇੱਕ ਸੈਪਰੇਟ ਕੀ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਕਿ ਹਰੇਕ ਦੀ ਇੱਕ ਉਦਾਹਰਨ ਨਾਲ ਦਿੱਤੀ ਵੀ ਗਈ ਹੈ। ਹੋਰ ਵੀ ਟੈਕਸੋਨੋਮਿਕਲ ਏਡ ਹਨ ਜਿਵੇਂ ਕਿ ਫਲੋਰਾ, ਮੈਨੂਅਲਸ, ਮੋਨੋਗ੍ਰਾਫਸ, ਪਰ ਇਹ ਇੰਨੇ ਜ਼ਿਆਦਾ ਪ੍ਰਸਿੱਧ ਨਹੀਂ ਹਨ। ਫਲੋਰਾ ਇੱਕ ਡਾਕੂਮੈਂਟ ਹੈ ਜਿਹੜੇ ਕਿ ਪਰਟੀਕੂਲਰ ਕੰਟਰੀ ਦੇ ਫਲਾਵਰਸ ਦੇ ਬਾਰੇ ਜਾਣਕਾਰੀ ਰੱਖਦਾ ਹੈ, ਖੇਤਰ ਅਤੇ ਸਮੇਂ ਦੇ ਬਾਰੇ ਵੀ। ਮੈਨੂਅਲ ਦੱਸਦਾ ਹੈ ਕਿ ਕਿਸੇ ਵੀ ਪਲਾਂਟ ਅਤੇ ਐਨੀਮਲ ਦਾ ਨਾਮ ਕਿਸ ਤਰੀਕੇ ਨਾਲ ਦਿੱਤਾ ਜਾ ਸਕਦਾ ਹੈ, ਕਿਸੇ ਖਾਸ ਏਰੀਏ ਵਿੱਚ ਪਾਏ ਜਾਂਦੇ ਹੋਣ ਉਹਨਾਂ ਦਾ। ਇੱਕ ਟੈਕਸੋਨ ਦੇ ਲਈ ਮੋਨੋਗ੍ਰਾਫ ਬਣਾਇਆ ਜਾ ਸਕਦਾ ਹੈ ਜਿਹੜਾ ਕਿ ਰਿਟਨ ਗ੍ਰਾਫ ਹੁੰਦਾ ਹੈ ਉਸਦਾ, ਕਿਸੇ ਖਾਸ ਸਪੀਸੀਜ਼ ਬਾਰੇ ਕੋਈ ਚੰਗੀ ਇਨਫੋਰਮੇਸ਼ਨ ਦੇ ਦਿੰਦਾ ਹੈ, ਪਰ ਇਹ ਇੱਕ ਟੈਕਸੋਨ ਬਾਰੇ ਹੀ ਦੱਸਦਾ ਹੈ। ਅੱਜ ਦੇ ਸਮੇਂ ਵਿੱਚ ਕਈ ਸਪੀਸੀਜ਼ ਜਿਹੜੀਆਂ ਡੇਂਜਰ ਵਿੱਚ ਹਨ ਕਿਉਂਕਿ ਉਹਨਾਂ ਦੀ ਮੌਤ ਹੋ ਰਹੀ ਹੈ, ਖ਼ਤਮ ਹੋ ਰਹੀਆਂ ਹਨ ਸਪੀਸੀਜ਼ ਕਿਉਂਕਿ ਅਸੀਂ ਕੈਮੀਕਲਸ ਯੂਜ਼ ਕਰਦੇ ਹਾਂ ਮਨੁੱਖ।
ਟੈਕਸੋਨੋਮੀਕਲ ਏਡਸ ਸਾਨੂੰ ਇਹ ਵੀ ਦੱਸਦੀਆਂ ਹਨ ਕਿ ਕਿਹੜੀਆਂ-ਕਿਹੜੀਆਂ ਪ੍ਰਜਾਤੀਆਂ ਜਿਹੜੀਆਂ ਖਤਮ ਹੋ ਗਈਆਂ ਹਨ ਅਤੇ ਕਿਹੜੀਆਂ ਬਾਕੀ ਹਨ।